नमस्कार, सत श्री अकाल, आदाब। मैं हाँ रवि शबरोल, NGO देवी दृष्टि परिवार जलंधर ਤੋਂ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੇ ਲਾਈਵ ਦੇ ਵਿੱਚ। ਔਰ ਅੱਜ ਦੀ ਜਿਹੜੀ ਲਾਈਵ ਦੀ ਡਿਸਕਸ਼ਨ ਹੈ ਉਹ ਉਸੇ ਟੌਪਿਕ ਤੇ ਹੈ ਜਿਸ ਟੌਪਿਕ ਤੇ ਸਾਰੀ ਦੁਨੀਆ, ਸਾਰੇ ਦੇਸ਼, ਸਾਰੀਆਂ ਸਰਕਾਰਾਂ ਇਸ ਵੇਲੇ ਵਰਕ ਕਰ ਰਹੀਆਂ ਨੇ ਜੀ, ਕੋਰੋਨਾ ਵਾਇਰਸ। ਮਗਰ ਅੱਜ ਦੀ ਵੀਡੀਓ ਜਿਸ ਟੌਪਿਕ ਤੇ ਔਰ ਜਿਸ ਢੰਗ ਦੇ ਨਾਲ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਸ਼ੇਅਰ ਕਰਨਾ ਚਾਹੁੰਦਾ, ਅੱਜ ਦੇ ਸਮੇਂ ਤੱਕ ਇਸ ਟੌਪਿਕ ਦੇ ਉੱਤੇ ਤੇ ਬਹੁਤ ਵੀਡੀਓਜ਼ ਬਣੀਆਂ ਨੇ, ਮਗਰ ਜਿਸ ਢੰਗ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਕੁਝ ਗਾਈਡ ਕਰ ਸਕੀਏ, ਕੁਝ ਹੱਲ ਦੱਸ ਸਕੀਏ, ਉਹ ਕੁਝ ਨਜ਼ਰੀਆ ਅਲੱਗ ਹੈ। ਔਰ ਮੈਂ ਰਿਕੁਐਸਟ ਕਰੂੰਗਾ ਜਿਹੜੇ ਹੋਰ ਵੀ ਲੋਕ ਸਾਡੀ ਲਾਈਨ ਦੇ ਨੇ ਜਾਂ ਹੋਰ ਲੋਕ ਜਿਹੜੇ ਆਪਣਾ ਇਹਦੇ 'ਤੇ ਰਿਸਰਚ ਕਰ ਰਹੇ ਨੇ, ਜਿਹੜੇ ਟੌਪਿਕ ਨੂੰ ਅਸੀਂ ਫੜ ਰਹੇ ਹਾਂ ਔਰ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਲੀਜ਼ ਤੁਸੀਂ ਵੀ ਉਹਦੇ 'ਤੇ ਵਰਕ ਕਰੋ, ਉਹਦੇ 'ਤੇ ਵੀਡੀਓਜ਼ ਬਣਾਓ ਕਿ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਦੋਸਤੋ, ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕੋ ਹੀ ਗੱਲ ਤੁਹਾਨੂੰ ਕਰਨੀ ਚਾਹਾਂਗਾ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਤੋਂ ਅਗਰ ਤੁਸੀਂ ਖੁਦ ਬਚਣਾ ਹੈ ਔਰ ਆਪਣੇ ਪਰਿਵਾਰ ਨੂੰ ਬਚਾਉਣਾ ਹੈ ਤੇ ਉਹਦਾ ਇੱਕੋ ਹੀ ਇਲਾਜ ਹੈ, ਉਹ ਹੈ ਆਪਣੇ ਘਰ ਦੇ ਵਿੱਚ ਸੁਰੱਖਿਅਤ ਰਹੋ। ਸਟੇ ਹੋਮ, ਸਟੇ ਸੇਫ। ਇਹਦੇ ਤੋਂ ਵੱਡਾ ਨਾ ਕੋਈ ਗੁਰੂ ਮੰਤਰ ਹੈ, ਨਾ ਕੋਈ ਇਹਦੇ ਤੋਂ ਵੱਡਾ ਹੋਰ ਤਰੀਕਾ ਹੈ। ਤੁਸੀਂ ਆਪਣੇ ਈਸ਼ਵਰ ਦਾ ਨਾਮ ਲੈਣਾ ਹੈ, ਤੁਸੀਂ ਆਪਣੇ ਜਿਹਨੂੰ ਵੀ ਜਿਸ ਧਰਮ ਨੂੰ ਵੀ ਮੰਨਦੇ ਹੋ ਉਹਨਾਂ ਦਾ ਨਾਮ ਲੈਣਾ, ਪ੍ਰੇ ਕਰਨੀ ਹੈ। ਉਹਦੇ ਨਾਲ ਨਾਲ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਰੁਕਣਾ ਪਏਗਾ। ਇਸ ਤੋਂ ਇਲਾਵਾ ਇਹਦਾ ਕੋਈ ਇਲਾਜ ਨਹੀਂ ਹੈ। ਅਗਰ ਸਾਰੀ ਦੁਨੀਆ, ਸਾਰੇ ਦੇਸ਼ਾਂ ਦੇ ਨੇਤਾ, ਸਾਰੇ ਸਾਇੰਟਿਸਟ, ਪ੍ਰਸ਼ਾਸਨ, ਡਾਕਟਰਸ, ਸ਼ੋਧਕਰਤਾ ਸਾਰੇ ਇਹ ਕਹਿ ਚੁੱਕੇ ਨੇ ਕਿ ਅਗਰ ਕੋਰੋਨਾ ਵਾਇਰਸ ਵਰਗੀ ਨੈਗੇਟਿਵਿਟੀ ਤੋਂ ਬਚਣਾ ਹੈ ਤੇ ਉਹਦਾ ਇੱਕੋ ਹੀ ਤਰੀਕਾ ਹੈ ਕਿ ਆਪਣੇ ਘਰਾਂ ਵਿੱਚ ਰਹੋ, ਤਾਂ ਹੀ ਸੁਰੱਖਿਅਤ ਰਹਿ ਸਕਦੇ ਹੋ। ਕਿਉਂ? ਕਿਉਂਕਿ ਹਾਲੇ ਤੱਕ ਕੋਰੋਨਾ ਵਾਇਰਸ ਵਰਗੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਕੋਈ ਉਪਾਅ ਨਹੀਂ ਹੈ, ਨਾ ਕਿਸੇ ਹੋਰ ਸਾਇੰਸ ਦੇ ਵਿੱਚ, ਨਾ ਜੋਤਿਸ਼ ਦੇ ਵਿੱਚ, ਨਾ ਮੈਡੀਕਲ ਸਾਇੰਸ ਦੇ ਵਿੱਚ, ਕਿਸੇ ਚੀਜ਼ 'ਚ ਵੀ ਨਹੀਂ ਹੈ। ਔਰ ਮੈਂ ਤੁਹਾਨੂੰ ਦਰਖਾਸਤ ਕਰਾਂਗਾ ਕਿ ਕਿਸੇ ਤਰ੍ਹਾਂ ਦੇ ਵਹਿਮ ਭਰਮ ਜਾਂ ਕਿਸੇ ਤਰ੍ਹਾਂ ਦੀ ਕਿਸੇ ਦੀ ਮਿਸਗਾਈਡੈਂਸ ਦੇ ਵਿੱਚ ਨਾ ਆਉਣਾ, ਕਿਉਂਕਿ ਬਾਰ-ਬਾਰ ਇੱਕੋ ਹੀ ਗੱਲ ਕਹਿ ਰਿਹਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਕਿ ਇਸ ਪ੍ਰੋਬਲਮ ਦਾ ਇੱਕੋ ਹੀ ਇਲਾਜ ਹੈ, ਉਹ ਹੈ ਆਪਣੇ ਘਰ ਦੇ ਵਿੱਚ ਰੁਕਣਾ, ਆਪਣੇ ਪਰਿਵਾਰ ਨੂੰ ਆਪਣੇ ਘਰ ਦੇ ਵਿੱਚ ਹੀ ਸੁਰੱਖਿਅਤ ਰੱਖਣਾ। ਇਸ ਤੋਂ ਇਲਾਵਾ ਇਹਦਾ ਕੋਈ ਇਲਾਜ ਨਹੀਂ ਹੈ। ਜੋਤਿਸ਼ ਦੇ ਬੇਸ ਤੇ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਾਂਗਾ। ਪਹਿਲੀ ਗੱਲ, ਲੋਕ ਅਰਥ ਵਿਵਸਥਾ ਬਾਰੇ, ਇੰਡੀਆ ਦੀ ਇਕੋਨਮੀ ਬਾਰੇ ਬੜੀਆਂ ਗੱਲਾਂ ਕਰਦੇ ਪਏ ਨੇ। ਮੈਂ ਤੁਹਾਨੂੰ ਇੱਕੋ ਰਿਕੁਐਸਟ ਕਰਾਂਗਾ ਕਿ ਇਸ ਚੀਜ਼ ਬਾਰੇ ਨਾ ਡਰੋ। ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਹਰ ਤਰ੍ਹਾਂ ਰਾਈਜ਼ ਕਰੇਗਾ। ਮੇਬੀ ਉਹਨੂੰ 6 ਮਹੀਨੇ ਤੋਂ 1 ਸਾਲ ਦੇ ਪੀਰੀਅਡ ਦਾ ਜਿਹੜਾ ਸਮੇਂ ਲੱਗ ਸਕਦਾ, ਮਗਰ ਡੇ ਬਾਏ ਡੇ ਸਾਡਾ ਦੇਸ਼ ਤਰੱਕੀ ਕਰੇਗਾ। ਸਾਡਾ ਦੇਸ਼ ਇਸ ਸਮੱਸਿਆ 'ਚੋਂ ਵੀ ਬਹੁਤ ਜਲਦੀ ਨਿਕਲੇਗਾ। ਔਰ ਤੁਸੀਂ ਆਪਣੇ ਪਰਮਾਤਮਾ 'ਤੇ, ਆਪਣੇ ਪ੍ਰਸ਼ਾਸਨ 'ਤੇ, ਆਪਣੇ ਪ੍ਰਾਈਮ ਮਿਨਿਸਟਰ 'ਤੇ, ਆਪਣੀਆਂ ਸਟੇਟਸ ਦੇ CM 'ਤੇ ਪੂਰਾ ਭਰੋਸਾ ਰੱਖੋ। ਅਸੀਂ ਇਸ ਜੰਗ 'ਚੋਂ ਜ਼ਰੂਰ ਨਿਕਲਾਂਗੇ। ਔਰ ਇੱਕ ਗੱਲ ਸਪੈਸ਼ਲੀ ਉਹ ਲੋਕ ਜ਼ਰੂਰ ਸੁਣਨ ਜਿਹੜੇ ਲੋਕ ਇਸ ਕੋਰੋਨਾ ਵਾਇਰਸ ਦੀ ਸਟ੍ਰੈਸ ਨੂੰ ਲੈ ਕੇ ਡਿਪਰੈਸ਼ਨ 'ਚ ਜਾ ਰਹੇ ਨੇ, ਘਬਰਾਹਟ 'ਚ ਜਾ ਰਹੇ ਨੇ, ਬਹੁਤ ਜ਼ਿਆਦਾ ਨੈਗੇਟਿਵ ਹੋ ਰਹੇ ਨੇ। ਆਪਾਂ ਇਹ ਜੰਗ ਜ਼ਰੂਰ ਜਿੱਤਾਂਗੇ ਔਰ ਐਸਾ ਉਜਾਲਾ ਹੋਏਗਾ ਜਿਹੜਾ ਸਾਡੀ ਇੰਡੀਆ ਔਰ ਇੰਡੀਆ ਦੀ ਇਕੋਨਮੀ ਲਈ ਬਹੁਤ ਅੱਛਾ ਹੋਏਗਾ। ਔਰ ਆਪਾਂ ਇਸ ਸਮੱਸਿਆ 'ਚੋਂ ਇਸ ਤਰ੍ਹਾਂ ਉੱਭਰਾਂਗੇ ਕਿ ਜਿੱਦਾਂ ਕੋਈ ਨਿਖਰ ਕੇ ਉੱਭਦਾ। ਸੋ ਇਹ ਇੱਕ ਅਲੱਗ ਟੌਪਿਕ ਹੋ ਗਿਆ। ਦੂਸਰਾ ਟੌਪਿਕ, ਜਦੋਂ ਤੁਸੀਂ ਸਾਰੇ ਜਾਣਦੇ ਹਾਂ ਕਿ ਇਹਦਾ ਇੱਕੋ ਇਲਾਜ ਹੈ, ਸਾਰੀ ਦੁਨੀਆ ਕਹਿ ਚੁੱਕੀ ਹੈ, ਲੋਕਡਾਊਨ। ਮਗਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ 99% ਲੋਕੀ ਅਗਰ ਲੋਕਡਾਊਨ ਦਾ ਪਾਲਨ ਕਰਦੇ ਨੇ ਤੇ ਇੱਕ ਬੰਦਾ ਲੋਕਡਾਊਨ ਦਾ ਪਾਲਨ ਨਹੀਂ ਕਰਦਾ ਤੇ ਡੇਂਜਰ ਜਿਹੜਾ ਹੈ, ਸਮੱਸਿਆ ਜਿਹੜੀ ਹੈ, ਉਹ ਉੱਥੇ ਦੀ ਉੱਥੇ ਹੀ ਰਹਿ ਰਹੀ ਹੈ। ਜਿਹੜੀ ਇੱਕ ਇਸ ਚੀਜ਼ ਜਿਹੜਾ ਵਾਇਰਸ ਹੈ, ਜਿਹੜਾ ਇੱਕ ਦੂਜੇ ਤੋਂ ਫੈਲ ਸਕਦਾ ਹੈ,
ਉਹਦਾ ਜਿਹੜਾ ਡਰ ਹੈ ਜਾਂ ਜਿਹੜਾ ਉਹਦਾ ਬੁਰਾ ਪ੍ਰਭਾਵ ਹੈ ਉਹ ਦੁਬਾਰਾ ਰੀਐਕਟੀਵੇਟ ਹੋ ਸਕਦਾ ਹੈ, ਉਹ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਔਰ ਕੁਝ ਉਹ ਲੋਕ ਜਿਨ੍ਹਾਂ ਨੂੰ ਸਾਰੇ ਅਖਬਾਰਾਂ ਦੁਨੀਆ ਕਹਿ ਚੁੱਕੀ ਹੈ ਕਿ ਘਰ 'ਚ ਰਹਿਣਾ ਹੀ ਜ਼ਰੂਰੀ ਹੈ, ਬਿਨਾਂ ਕੰਮ ਤੋਂ, ਬਿਨਾਂ ਗੱਲ ਤੋਂ, ਔਰ ਸਿਰਫ ਜਿਨ੍ਹਾਂ ਨੂੰ ਕਹਿੰਦੇ ਘਰਾਂ 'ਚ ਟਿਕਾ ਨਹੀਂ ਹੈਗਾ, ਉਹ ਲੋਕ ਬਾਹਰ ਜਾਂਦੇ ਨੇ ਔਰ ਖਤਰੇ ਨੂੰ ਹੋਰ ਵਧਾ ਦਿੰਦੇ ਨੇ। ਕੁਝ ਲੋਕ ਹੋ ਸਕਦਾ ਹੈ ਕਿ ਆਪਣੀ ਅਸਲੀ ਜ਼ਰੂਰਤ ਕਾਰਨ, ਮੈਡੀਕਲ ਪ੍ਰੋਬਲਮਸ ਕਾਰਨ ਬਾਹਰ ਜਾਂਦੇ ਹੋਣਗੇ, ਮਗਰ ਇੱਦਾਂ ਦੇ ਬਹੁਤ ਲੋਕ ਨੇ ਜਿਹੜੇ ਬਿਨਾਂ ਗੱਲ ਤੋਂ ਬਾਹਰ ਨਿਕਲ ਰਹੇ ਨੇ ਤੇ ਦੂਜਿਆਂ ਦੀ ਲਾਈਫ ਨੂੰ ਵੀ ਡੇਂਜਰ 'ਚ ਪਾ ਰਹੇ ਨੇ। ਦੇਖੋ, ਲੋਕਡਾਊਨ ਜਾਂ ਕਰੋਨਾ ਵਾਇਰਸ ਇਸ ਦੁਨੀਆ ਤੋਂ, ਇੰਡੀਆ ਤੋਂ ਕਦੋਂ ਖਤਮ ਹੋਏਗਾ, ਉਹ ਡੇਟਸ ਵੀ ਅਸੀਂ ਡਿਸਕਸ਼ਨ ਕਰਾਂਗੇ, ਉਹਦੇ 'ਤੇ ਅਲੱਗ ਵੀਡੀਓ ਵੀ ਬਣਾਵਾਂਗਾ। ਮੈਂ ਪਹਿਲੇ ਵੀ ਇੱਕ ਗੱਲ ਕਹੀ ਸੀ ਕਿ ਜਿੰਨੀਆਂ ਮਰਜ਼ੀ ਕੋਈ ਵੀਡੀਓਜ਼ ਪਾ ਦੇ, ਜਿੰਨੀਆਂ ਮਰਜ਼ੀ ਕੋਈ ਸ਼ੋਧ ਕਰ ਲੇ, ਸੈਪਟੈਂਬਰ 2020 ਫਸਟ ਵੀਕ ਤੋਂ ਲੈ ਕੇ ਜਿਹੜਾ ਹੈਗਾ ਲਾਸਟ ਵੀਕ, ਜਿਹੜਾ ਇਸ ਪੀਰੀਅਡ ਦੇ ਵਿੱਚ ਜਿਹੜਾ ਇਹਦੀ ਕੋਈ ਨਾ ਕੋਈ ਮੈਡੀਸਨ ਬਣ ਜਾਏਗੀ, ਕੋਈ ਨਾ ਕੋਈ ਸੋਲਿਊਸ਼ਨ ਸ਼ੁਰੂ ਹੋ ਜਾਣਗੇ, ਇੱਕ ਰਿਲੀਫ ਸ਼ੁਰੂ ਹੋ ਜਾਏਗਾ। ਜਿਹੜੇ ਉਹ ਤੋਂ ਪਹਿਲੇ ਮਹੀਨੇ ਨੇ ਉਹਨਾਂ ਵਿੱਚ ਕੀ ਉਤਾਰ ਚੜ੍ਹਾਵ ਆਉਣਗੇ, ਕਿਸ ਤਰੀਕਾਂ 'ਚ ਆਉਣਗੇ, ਉਹਦੇ ਉੱਤੇ ਵੀ ਅਸੀਂ ਡਿਟੇਲਸ ਬਣਾਈ ਹੈ, ਉਹ ਮੈਂ ਅਲੱਗ ਵੀਡੀਓ ਪਾਵਾਂਗਾ। ਪਰ ਅੱਜ ਦਾ ਟੌਪਿਕ ਇਹ ਹੈ ਕਿ ਜਿਹੜੇ ਲੋਕ ਲੋਕਡਾਊਨ ਦੇ ਵਿੱਚ ਘਰ ਨਹੀਂ ਰੁਕਦੇ, ਉਹਦੇ ਪਿੱਛੇ ਕੀ ਕਾਰਨ ਹੈ। ਜਦੋਂ ਕਿਸੇ ਨੂੰ ਪਤਾ ਹੈ ਕਿ ਇਹ ਕੰਮ ਕਰਾਂਗੇ ਤੇ ਅਸੀਂ ਡੇਂਜਰ 'ਚ ਪਵਾਂਗੇ, ਇਹਦਾ ਮਤਲਬ ਹੈ ਕਿ ਉਹਨਾਂ ਦਾ ਦਿਲ ਤੇ ਦਿਮਾਗ ਕੰਟਰੋਲ 'ਚ ਨਹੀਂ ਹੈ। ਨੋ ਡਾਊਟ ਸੋਸ਼ਲੀ ਮੈਂ ਵੀ ਉਹਨਾਂ ਦਾ ਮਤਲਬ ਆਲੋਚਨਾ ਕਰਦਾ ਵਾਂ, ਸੋਸ਼ਲੀ ਮੈਂ ਵੀ ਉਹਨਾਂ ਨੂੰ ਗਲਤ ਕਹਿਣਾ ਵਾਂ, ਮਗਰ ਉਹਦੇ ਪਿੱਛੇ ਦੀ ਸਾਈਕੋਲੋਜੀ ਅਗਰ ਦੇਖੀਏ, ਐਸਟ੍ਰੋਲੋਜੀਕਲੀ ਅਗਰ ਉਹਨੂੰ ਦੇਖੀਏ, ਤੇ 2 ਪਲੈਨਟ ਸਭ ਤੋਂ ਇੰਪੋਰਟੈਂਟ ਨੇ, ਚੰਦਰਮਾ ਤੇ ਬੁੱਧ, ਮੂਨ ਐਂਡ ਮਰਕਰੀ। ਜਿਹੜਾ ਇਹ 2 ਪਲੈਨਟ ਤੇ ਕੰਟਰੋਲ ਕਰ ਲੈਂਦਾ, ਜਦੋਂ ਆਪਾਂ ਕਹਿੰਦੇ ਕਿ ਆਪਣੀ ਇੰਦਰੀਆਂ ਤੇ ਕੰਟਰੋਲ ਕਰਨਾ। ਦੇਖੋ, ਅਸੀਂ ਵੀ ਇੰਨੇ ਦਿਨਾਂ ਤੋਂ ਘਰ ਹਾਂ, ਪਰਮਾਤਮਾ ਕਰੇ ਇਹ ਲੋਕਡਾਊਨ ਜਲਦੀ ਖੁੱਲੇ। ਇਹ ਜਿਹੜਾ ਰੀਜ਼ਨ ਹੈ ਲੋਕਡਾਊਨ ਦਾ ਔਰ ਘਰਾਂ 'ਚ ਰਹਿਣ ਦਾ, ਇਹ ਕਿਸੇ ਨੂੰ ਵੀ ਅਸੈਪਟੇਬਲ ਨਹੀਂ ਹੈ, ਮੈਨੂੰ ਵੀ ਨਹੀਂ ਹੈ, ਮਗਰ ਸਾਡੇ ਕੋਲ ਇਸ ਲਈ ਕੋਈ ਚਾਰਾ ਵੀ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਸਥਿਤੀ ਅੱਛੇ ਲਈ ਹੋਵੇ ਤੇ ਮੇਰੇ ਵੱਲੋਂ ਇਹ 20 ਦਿਨ ਹੋਰ ਵੱਧ ਜੇ। ਕਹਿਣ ਦਾ ਮਤਲਬ ਸੁਰੱਖਿਆ ਸਭ ਦੀ ਸ਼ਿਓਰ ਹੋਵੇ, ਇਹ ਪਰਮਾਨੈਂਟ ਪ੍ਰੋਬਲਮ ਦਾ ਜਿਹੜਾ ਹੱਲ ਹੋਵੇ। ਕਿਉਂਕਿ ਦੇਖੋ, ਅਗਰ ਇਹ ਵਿਚਕਾਰ ਲੋਕਡਾਊਨ ਖੁੱਲ੍ਹਦਾ, ਸੇਫਟੀ ਨਹੀਂ ਰਹਿੰਦੀ, ਸਰਕਾਰ ਦੀ, ਲੋਕਾਂ ਦੇ, ਉਹ ਵੀ ਇਨਸਾਨ ਨੇ, ਉਹਨਾਂ ਦੀ ਪੇਸ਼ੈਂਸ ਟੁੱਟਦੀ ਹੈ, ਤੇ ਕਿਸੇ ਵੇਲੇ ਵੀ ਇਹ ਬਰੂਦ ਦੇ ਇੱਕ ਚਿੰਗਾਰੀ ਵਾਂਗੂ ਫਿਰ ਬਲਾਸਟ ਹੋ ਸਕਦਾ ਹੈ। ਔਰ ਹਾਲੇ ਤੇ ਪ੍ਰਸ਼ਾਸਨ ਲੱਗਾ ਹੈ, ਪੁਲਿਸ ਲੱਗੀ ਹੈ, ਸਾਰੇ ਆਫਿਸਰਸ ਲੱਗੇ ਨੇ, ਤਾਂ ਇਹ ਹਾਲ ਹੈ। ਤੇ ਜੇ ਉਹਨਾਂ ਨੇ ਉਸ ਲੋਕਡਾਊਨ ਨੂੰ ਕਿਹਾ ਤਾਂ ਠੀਕ ਹੈ ਜੀ, ਤੁਸੀਂ ਇੰਨਾ ਪ੍ਰੈਸ਼ਰ ਕਰਦੇ ਹੋ, ਅਸੀਂ ਢਿੱਲ ਦੇ ਦਿੰਦੇ ਹਾਂ, ਉਹਦੇ ਤੋਂ ਬਾਅਦ ਜਿਹੜੀ ਤੂਫਾਨ ਮਚ ਸਕਦਾ ਬਿਮਾਰੀਆਂ ਦਾ, ਤਕਲੀਫਾਂ ਦਾ, ਤੁਸੀਂ ਉਹਦਾ ਅੰਦਾਜ਼ਾ ਲਗਾਓ ਕੀ ਬਣੇਗਾ। ਇਸ ਲਈ ਜੋ ਸਰਕਾਰ ਕਹਿੰਦੀ ਹੈ, ਜੋ ਪ੍ਰਸ਼ਾਸਨ ਕਹਿੰਦਾ ਹੈ, ਉਹਨੂੰ ਪੂਰੀ ਢੰਗ ਨਾਲ ਮੰਨੋ, ਪੂਰੇ ਦਿਲ ਨਾਲ ਮੰਨੋ। ਔਰ ਜਿਹੜੇ ਲੋਕ, ਜਿਨ੍ਹਾਂ ਦੇ ਪਰਿਵਾਰ ਦੇ ਸਦੱਸੇ ਔਰ ਜਿਹੜੇ ਲੋਕ ਮੇਰੀ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਖੁਦ ਵੀ ਅੰਦਰ ਕ੍ਰੇਵਿੰਗ ਹੁੰਦੀ ਹੈ, ਜਿੱਦਾਂ ਕਹਿੰਦੇ ਨੇ, ਮੈਂ ਤੁਹਾਨੂੰ ਕਿਹਾ ਕਿ ਕੰਟਰੋਲ ਨਹੀਂ ਹੋ ਪਾਉਂਦਾ, ਬਾਹਰ ਜਾਣਾ ਹੈ, ਸੜਕ 'ਤੇ ਖੜੇ ਹੋਣਾ ਹੈ, ਇੱਕ ਅੱਧਾ ਚੱਕਰ ਮਾਰ ਕੇ ਆਉਣਾ ਹੈ। ਜਿਹੜੇ ਹੋਰ ਸਾਡੇ ਸਮਝਦਾਰ ਜਿਹੜੇ ਵੱਡੇ ਬਜ਼ੁਰਗ ਨੇ, ਉਹਨਾਂ ਨੂੰ ਨਹੀਂ ਸਮਝ ਆ ਰਹੀ, ਉਹ ਗਲੀਆਂ ਦੇ ਵਿੱਚ, ਪੇੜਾਂ ਦੇ ਥੱਲੇ ਤਾਸ਼ ਜਾਂ ਲੂਡੋ ਜਾਂ ਗੇਮਸ ਖੇਲਦੇ ਪਏ ਨੇ, ਗੱਪਾਂ ਮਾਰਦੇ ਪਏ ਨੇ। ਸੋ ਕਿਤੇ ਨਾ ਕਿਤੇ ਮੈਂ ਇਸ ਚੀਜ਼ ਨੂੰ ਫਿਰ ਕਹਿ ਰਿਹਾ, ਐਜ਼ ਅ ਹਿਊਮਨ ਬੀਇੰਗ ਮੈਂ ਇਹਦੇ ਖਿਲਾਫ ਹਾਂ, ਗਲਤ ਹਾਂ, ਬਟ ਐਜ਼ ਅ ਐਸਟ੍ਰੋਲੋਜਰ ਮੈਂ ਅੱਜ ਦੀ ਵੀਡੀਓ 'ਚ ਕੋਸ਼ਿਸ਼ ਕਰ ਰਿਹਾ ਕਿ ਕੁਝ ਐਸਾ ਢੰਗ ਤੁਹਾਨੂੰ ਦੱਸਿਆ ਜਾਵੇ ਜਿਹਦੇ ਵਿੱਚ ਉਹਨਾਂ ਦੇ ਵਿੱਚ ਸਬਰ, ਸੰਤੋਖ, ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਕੰਮ ਕਰੇ, ਗਲਤ ਨੂੰ ਗਲਤ ਸਮਝੇ ਔਰ ਖੁਦ ਰੁਕੇ। ਜਿੱਦਾਂ ਕਹਿੰਦੇ ਨਾ, ਬੱਚੇ ਨੂੰ ਮਾਰ ਕੇ ਨਹੀਂ ਪੜ੍ਹਾਇਆ ਜਾ ਸਕਦਾ, ਇਸ ਲਈ। ਔਰ ਇੱਦਾਂ ਹੀ ਮੈਂ ਸੋਚਦਾ, ਕਿਸੇ ਨੂੰ ਤੁਸੀਂ ਡੰਡੇ ਮਾਰ ਕੇ, ਫੋਰਸਲੀ ਦਬਾ ਕੇ ਨਹੀਂ ਕਰ ਸਕਦੇ। ਸੋ ਜੋਤਿਸ਼ ਦੇ ਆਧਾਰ ਤੇ ਲੋਕਾਂ 'ਚ ਪੇਸ਼ੈਂਸ ਕਿੱਦਾਂ ਵਧੇ, ਲੋਕਾਂ ਦੇ ਵਿੱਚ ਕੰਟਰੋਲ ਕਿੱਦਾਂ ਵਧੇ, ਅੱਜ ਦੀ ਵੀਡੀਓ ਉਸ ਟੌਪਿਕ ਤੇ ਹੈ।
सो प्लीज़ पेपर पैन लै लो और मेरे लिखो ਜਿਹੜੇ ਲੋਕ ਜਿਨ੍ਹਾਂ ਦੇ ਖੁਦ ਇੱਕ ਕ੍ਰੇਵਿੰਗ ਹੁੰਦੀ ਹੈ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਸਦस्य ਚਾਹੇ ਉਹਨਾਂ ਦਾ ਭਰਾ ਹੈ, ਚਾਹੇ ਉਹਨਾਂ ਦੇ ਪਿਤਾ ਜੀ ਨੇ, ਚਾਹੇ ਉਹਨਾਂ ਦੇ ਪਤੀ ਨੇ, ਉਹ ਉਸ ਕ੍ਰੇਵਿੰਗ ਕਾਰਨ ਬਾਹਰ ਜਾਂਦੇ ਨੇ ਔਰ ਆਪ ਵੀ ਮੁਸ਼ਕਿਲ 'ਚ ਪੈਂਦੇ ਨੇ, ਆਪਣੇ ਪਰਿਵਾਰ ਨੂੰ ਡੇਂਜਰ 'ਚ ਪਾਉਂਦੇ ਆ ਔਰ ਦੇਸ਼ ਨੂੰ ਸਮੱਸਿਆ 'ਚ ਪਾਉਂਦੇ ਨੇ। ਦੇਖੋ ਅਗਰ ਤੇ ਉਹ ਪਰਸਨਲ ਕੋਈ ਗਲਤੀ ਕਰਨ ਔਰ ਉਹਦਾ ਭੁਗਤਾਨ ਸਿਰਫ ਉਹਨਾਂ ਨੂੰ ਮਿਲੇ ਤੇ ਫਿਰ ਤੇ ਅਲੱਗ ਗੱਲ ਹੈ, ਹਾਲਾਂਕਿ ਉਹ ਵੀ ਨਹੀਂ ਹੋਣਾ ਚਾਹੀਦਾ। ਮਗਰ ਜੇ ਕੋਈ ਮਿਸਟੇਕ ਐਸੀ ਕਰ ਰਿਹਾ ਜਿਹਦੇ ਵਿੱਚ ਆਪਣੇ ਪਰਿਵਾਰ ਨੂੰ, ਦੇਸ਼ ਨੂੰ ਖਤਰੇ 'ਚ ਪਾ ਰਿਹਾ, ਇਸ ਲਈ ਦੇਸ਼ ਹਿੱਤ ਦੇ ਵਿੱਚ, ਜਨ ਹਿੱਤ ਦੇ ਵਿੱਚ, ਲੋਕਾਂ ਦੇ ਭਲੇ ਲਈ ਅੱਜ ਦੀ ਵੀਡੀਓ। ਮੈਂ ਕੱਲ੍ਹ ਦਾ ਸੋਚ ਰਿਹਾ ਸੀ ਕਿ ਮੈਂ ਇਹਦੇ 'ਤੇ ਕੋਈ ਨਾ ਕੋਈ ਸੋਲਿਊਸ਼ਨਸ ਦੱਸਾਂ, ਪਲੀਜ਼ ਨੋਟ ਕਰੋ। ਆਪਣੇ ਘਰ ਦੇ ਵਿੱਚ ਬਲੈਕ, ਬਲੂ ਐਂਡ ਗ੍ਰੇ ਕਲਰ ਦੀ ਜਿਹੜੀ ਬੈੱਡ ਸ਼ੀਟਸ ਹੈ ਜਾਂ ਪਿੱਲੋ ਕਵਰਸ ਹੈ ਉਹ ਨਾ ਵਿਛਾਓ, ਉਹ ਘੱਟ ਤੋਂ ਘੱਟ ਵਿਛਾਓ। ਤੁਸੀਂ ਜਿੰਨੀਆਂ ਵੀ YouTube ਤੇ ਹੋਰ ਲੋਕਾਂ ਨੇ ਵੀਡੀਓਜ਼ ਪਾਈਆਂ ਨੇ, ਤੁਸੀਂ ਸੁਣਿਆ ਹੋਣਾ है राहु केतु का बुरा प्रभाव है, शनि चेंज हुआ इस रीज़न से उसका प्रभाव है, बिल्कुल सही है। और ਉਹਦਾ ਸੋਲਿਊਸ਼ਨ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਕਿ ਲੋਕਾਂ 'ਚ ਪੇਸ਼ੈਂਸ ਕਿੱਦਾਂ ਵਧੇ, ਲੋਕ ਸਬਰ 'ਚ ਕਿੱਦਾਂ ਆਉਣ, ਲੋਕਡਾਊਨ ਦਾ ਪਾਲਨ ਕਰਨ ਔਰ ਕੰਪਲੀਟਲੀ ਅਸੀਂ ਇਸ ਸਮੱਸਿਆ 'ਚੋਂ ਨਿਕਲ ਸਕੀਏ। ਤੁਸੀਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਚਾਂਦੀ ਦੇ ਬਰਤਨ ਹੈ, ਉਹ ਚਾਂਦੀ ਦੇ ਬਰਤਨਾਂ ਦੇ ਵਿੱਚ ਪਾਣੀ ਪੀਣ, ਮਤਲਬ ਖਾਸ ਕਰ ਉਹ ਲੋਕਾਂ ਨੂੰ ਪਾਣੀ ਪਿਆਣ ਜਿਨ੍ਹਾਂ ਨੂੰ ਬਾਹਰ ਜਾਣ ਦੀ ਜ਼ਿਆਦਾ ਕ੍ਰੇਵਿੰਗ ਹੈਗੀ ਹੈ। ਰਾਤ ਨੂੰ ਦੁੱਧ ਨਾ ਪੀਣ, ਅਗਰ ਪੀਣਾ ਤਾਂ ਉਹਦੇ ਵਿੱਚ ਕੁਝ ਕਲਰ ਬਦਲ ਕੇ ਪੀਣ, ਮਤਲਬ ਤੁਸੀਂ ਪੱਤੀ ਪਾ ਸਕਦੇ ਹੋ, ਤੁਸੀਂ ਬੋਰਮਿਟਾ ਪਾ ਸਕਦੇ ਹੋ, ਮਿਲਕ ਆਪਣਾ ਮੈਂਗੋ ਸ਼ੇਕ ਬਣਾ ਸਕਦੇ ਹੋ। ਵਾਈਟ ਜਿਹੜਾ ਰਾਤ ਨੂੰ ਦੁੱਧ ਨਾ ਪੀਓ। ਤੁਸੀਂ ਨਹਾਉਣ ਵੇਲੇ ਪਾਣੀ ਦੇ ਵਿੱਚ ਅੱਧੀ ਕਟੋਰੀ ਦੁੱਧ ਪਾ ਕੇ ਨਹਾਓ, ਬਹੁਤ ਜ਼ਰੂਰੀ ਹੈ, ਇਹ ਤੁਹਾਨੂੰ ਬਹੁਤ ਫਾਇਦਾ ਦੇਗਾ। ਜਿਹੜੇ ਵੀ ਧਰਮ ਨਾਲ ਲਿੰਕ ਰੱਖਦਾ, ਉਸ ਰਿਲੀਜਨ ਦੇ ਰਿਲੇਟਿਡ, ਜਿੱਦਾਂ ਮਹਾਮਤ ਰੰਜੇ ਦਾ ਪਾਠ, ਜਿਹੜਾ ਗੁਰਬਾਣੀ, ਜਿਹੜੇ ਵੀ ਪਰਮਾਤਮਾ ਦਾ ਨਾਮ ਹੈ, ਉਸ ਪਾਠ ਨੂੰ, ਉਸ ਪ੍ਰੇਅਰ ਨੂੰ ਤੁਸੀਂ YouTube ਤੋਂ ਜਾਂ ਕਿਸੇ ਵੀ ਤਰੀਕੇ ਨਾਲ ਸਪੀਕਰ ਦੇ ਵਿੱਚ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਕੁਝ ਪੀਰੀਅਡ ਜ਼ਰੂਰ ਲਗਾਓ। ਜੀ ਉਸ ਤੋਂ ਬਾਅਦ ਜਦੋਂ ਤੁਸੀਂ ਰਾਤੀ ਸੌਂਦੇ ਹੋ, ਸੌਣ ਵੇਲੇ ਸਿਰਹਾਣੇ ਦੇ ਨੀਚੇ ਲਾਲ ਕੱਪੜੇ ਦੇ ਵਿੱਚ ਸੌਂਫ ਪਾ ਕੇ, ਸੌਂਫ ਦੀ ਕੁਆਂਟੀਟੀ ਕਿੰਨੀ ਵੀ ਹੋ ਸਕਦੀ ਹੈ, ਤੁਸੀਂ ਉਹਦੇ ਵਿੱਚ ਪਾ ਕੇ ਉਹਨੂੰ ਸਿਰਹਾਣੇ ਥੱਲੇ ਰੱਖ ਦਿਓ। ਜਿਹੜਾ ਪਰਸਨ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਬ੍ਰਦਰ ਹੈ, ਤੁਹਾਡੇ ਹਸਬੈਂਡ ਹੈ, ਤੁਹਾਡੇ ਫਾਦਰ ਨੇ, ਜਿਹੜੇ ਇਹ ਚੀਜ਼ ਕਰਦੇ ਨੇ, ਕਿਉਂਕਿ ਮੈਂ ਮਾਵਾਂ ਭੈਣਾਂ ਸਭ ਨੂੰ ਰਿਕੁਐਸਟ ਕਰੂੰਗਾ, ਚੰਗੇ ਲਈ ਕੁਝ ਵੀ ਕੀਤਾ ਜਾਵੇ ਉਹ ਗਲਤ ਨਹੀਂ ਹੁੰਦਾ ਔਰ ਇਹ ਬੜੇ ਸਿੰਪਲ, ਸਾਤਵਿਕ, ਧਾਰਮਿਕ, ਐਸਟ੍ਰੋਲੋਜੀਕਲ ਉਪਾਅ ਨੇ, ਹੋਰ ਕੁਝ ਨਹੀਂ ਹੈ। ਇਹਦਾ ਫਾਇਦਾ ਹੀ ਹੋਏਗਾ, ਕੋਈ ਨੁਕਸਾਨ ਨਹੀਂ ਹੋਏਗਾ। ਕਿ ਲੋਕ ਲੋਕਡਾਊਨ ਦਾ ਪਾਲਨ ਕਰਨ, ਕਰੋਨਾ ਵਾਇਰਸ ਘਰਾਂ 'ਚ ਰਹਿ ਕੇ ਠੀਕ ਹੋਏਗਾ, ਬਾਰ-ਬਾਰ ਕਹਿ ਰਹੇ ਹਾਂ, ਔਰ ਘਰ 'ਚ ਰਹਿਣ, ਉਹਨਾਂ ਦਾ ਮਾਈਂਡ ਔਰ ਉਹਨਾਂ ਦਾ ਹਾਰਟ ਉਹਨਾਂ ਦਾ ਸਾਥ ਦੇਵੇ, ਉਹਦੇ ਲਈ ਇਹ ਟਿਪਸ ਦੱਸੀ ਜਾ ਰਹੀਆਂ ਨੇ। ਅਤੇ ਮੈਂ ਦੱਸ ਰਿਹਾ ਸੀਗਾ ਕਿ ਲਾਲ ਕੱਪੜੇ ਦੇ ਵਿੱਚ ਸੌਂਫ ਪਾ ਕੇ ਉਹਦੀ ਪੋਟਲੀ ਬਣਾ ਕੇ ਉਹਦੇ ਗੱਦੇ ਦੇ ਥੱਲੇ ਜਾਂ ਸਿਰਹਾਣੇ ਦੇ ਨੀਚੇ ਤੁਸੀਂ ਰੱਖ ਸਕਦੇ ਹੋ। ਜਿਹੜੇ ਲੋਕ ਸਮੋਕ ਕਰਦੇ ਨੇ, ਪਲੀਜ਼ ਰਿਕੁਐਸਟ ਹੈ, ਕੋਸ਼ਿਸ਼ ਕਰੋ ਇਸ ਟਾਈਮ ਦੇ ਵਿੱਚ ਸਮੋਕ, ਡਰਿੰਕ, ਨੌਨ ਵੈਜ ਨਾ ਬਰਾਬਰ ਕਰ ਦਿਓ। ਇੱਕ ਸਮੇਂ ਦਾ ਖਾਣਾ, ਇੱਕ ਸਮੇਂ ਦੀ ਜਿਹੜੀ ਮੀਲ ਹੈ, ਉਹ ਤੁਸੀਂ ਕਿਚਨ 'ਚ ਬੈਠ ਕੇ ਖਾਓ। ਕਈ ਲੋਕਾਂ ਲਈ ਸਾਰੇ ਉਪਾਅ ਕਰਨਾ ਪੋਸੀਬਲ ਹੋਏਗਾ, ਬੜੇ ਸਿੰਪਲ ਟਿਪਸ ਨੇ। ਕਈਆਂ ਲਈ ਉਹ ਕੁਝ ਉਪਾਅ ਕਰ ਸਕਦੇ ਨੇ। ਸੋ ਤੁਸੀਂ ਜਿੰਨੇ ਵੀ ਕਰ ਸਕਦੇ ਹੋ ਤੁਸੀਂ ਓਨੇ ਕਰੋ, ਇਹਦਾ ਫਾਇਦਾ ਜ਼ਰੂਰ ਹੋਏਗਾ। ਅਗਰ ਕੋਈ ਬੰਦਾ ਜਿਹਦੇ ਬਹੁਤ ਜ਼ਿਆਦਾ ਪੈਨਿਕ ਹੋ ਰਿਹਾ ਹੈ, ਬਾਹਰ ਜਾਣ ਲਈ ਉਹਨੂੰ ਬਹੁਤ ਜ਼ਿਆਦਾ ਹੋ ਰਿਹਾ ਕਿ ਮੈਂ ਕੋਈ ਗੱਲ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ, ਮੈਨੂੰ ਟੈਨਸ਼ਨ ਨਹੀਂ, ਅਗਰ ਇੰਨਾ ਜ਼ਿਆਦਾ ਉਹਦੇ ਵਿੱਚ ਮਤਲਬ ਕਰੂਰਤਾ ਆ ਰਹੀ ਹੈ ਜਾਂ ਉਹ ਆਪਣੇ ਮਾਈਂਡ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ, ਤੁਸੀਂ ਉਸ ਪਰਸਨ ਦਾ ਧਿਆਨ ਕਰਕੇ ਲਾਲ ਕੱਪੜੇ ਦੇ ਵਿੱਚ, ਰੈੱਡ ਕੱਪੜੇ ਦੇ ਵਿੱਚ ਜੌਂ, ਅੱਜ ਕੱਲ੍ਹ ਰਾਸ਼ਨ ਅਵੇਲੇਬਲ ਹੋ ਹੀ ਰਿਹਾ ਔਰ ਜਿਹਨੂੰ ਈਜ਼ੀਲੀ ਅਵੇਲੇਬਲ ਹੈ ਉਹ ਕਰ ਲੈ, ਜੇ ਕੋ ਨਹੀਂ ਪੋਸੀਬਲ ਉਹ ਕੋਈ ਬਾਕੀ ਚੀਜ਼ਾਂ ਕਰ ਸਕਦਾ। ਸੋ ਲਾਲ ਕੱਪੜੇ ਦੇ ਵਿੱਚ ਉਸ ਬੰਦੇ ਦਾ ਧਿਆਨ ਕਰਕੇ ਉਹ ਖੁਦ ਵੀ ਕਰ ਸਕਦੇ ਆ, ਜੇ ਉਹ ਨਹੀਂ ਕਰਦਾ ਤਾਂ ਤੁਸੀਂ ਉਹਦਾ ਧਿਆਨ ਕਰਕੇ ਵੀ ਕਰ ਸਕਦੇ ਹੋ। ਰੈੱਡ ਕੱਪੜੇ ਦੇ ਵਿੱਚ 1-1.5 ਮੁੱਠੀ ਜੌਂ ਰੱਖ ਕੇ, ਉਹਦੀ ਪੋਟਲੀ ਬਣਾ ਕੇ, ਉਹਨੂੰ ਜ਼ਮੀਨ 'ਤੇ ਰੱਖ ਕੇ ਉਹਦੇ ਉੱਤੇ ਵੇਟ ਰੱਖ ਦਿਓ। ਸੋ ਉਹਦੇ ਨਾਲ ਉਹਦੇ 'ਚ ਸ਼ਾਂਤੀ ਆਏਗੀ, ਉਹਦੇ 'ਚ ਠਹਿਰਾਵ ਆਏਗਾ, ਉਹਦੇ ਵਿੱਚ ਗਲਤ ਸਹੀ ਨੂੰ ਦੇਖਣ ਦਾ
ਇੱਕ ਸਮਝ ਆਏਗੀ। ਇਸ ਲਈ ਇਹ ਚੀਜ਼ ਬੜੀ ਇੰਪੋਰਟੈਂਟ ਹੈ। ਜਿਹੜੇ ਵੀ ਲੋਕ ਆਪਣਾ ਵਾਸਤੂ ਦੇ ਅਕੋਰਡਿੰਗ ਟਿਪ ਦੇਣਾ ਚਾਹੁੰਦਾ, ਇਸ ਤਰ੍ਹਾਂ ਦੀ ਕ੍ਰੇਵਿੰਗ ਦੇ ਸ਼ਿਕਾਰ ਨੇ, ਜੇ ਉਹਨਾਂ ਦੀਆਂ ਪੇਸ਼ੈਂਸ ਖਤਮ ਹੋ ਰਹੀ ਹੈ ਜਾਂ ਬਹੁਤ ਬੋਰ ਹੋ ਰਹੇ ਨੇ, ਉਹ ਆਪਣੇ ਘਰ ਦੇ ਸਾਊਥ ਵੈਸਟ ਔਰ ਵੈਸਟ ਜਿਹੜੇ ਇਹ ਸਾਈਡ ਦੇ ਬੈਡਰੂਮ ਨੇ, ਇਹਦੇ ਵਿੱਚ ਸੋਣਾ ਜਾਂ ਮਤਲਬ ਬੈਠਣਾ ਜਾਂ ਆਪਣਾ ਟਾਈਮ ਬਿਤਾਉਣਾ ਸ਼ੁਰੂ ਕਰਨ। ਉਹ ਅਰਥ ਐਲੀਮੈਂਟ ਕਾਰਨਰਸ ਹੈਗੇ ਆ, ਜਿਹਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਰੁਕਣ ਟਿਕਣ ਲਈ ਉਹਨਾਂ ਨੂੰ એનર્ਜੀਜ਼ ਜਿਹੜੀਆਂ ਹੈਲਪ ਕਰਨਗੀਆਂ। ਨਾਰਥ ਵੈਸਟ ਜਿਹੜਾ ਪਾਰਟ ਹੈ, ਉੱਤਰ ਪੱਛਮ ਜਿਹੜਾ ਪਾਰਟ ਹੈ, ਉਸ ਪਾਰਟ ਦੇ ਵਿੱਚ ਤੁਸੀਂ ਬਿਲਕੁਲ ਨਾ ਬੈਠੋ ਆਪਣਾ, ਕਿਉਂਕਿ ਉਹ ਜਿਹੜਾ ਪਾਰਟ ਹੈ ਉਹ ਵਾਵੇ ਕੋਨ ਹੈ, ਉਹ ਬਾਰ-ਬਾਰ ਤੁਹਾਡੇ ਦਿਲ ਨੂੰ, ਮਨ ਨੂੰ ਬਾਹਰ ਲੈ ਕੇ ਜਾਏਗਾ। ਸੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਵੇਲੇਬਿਲਿਟੀ ਆਫ ਰੂਮਸ ਹੈਗੀ ਹੈ ਉਹ ਕਰ ਸਕਦੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਅਵੇਲੇਬਿਲਿਟੀ ਆਫ ਰੂਮਸ ਨਹੀਂ ਹੈ ਉਹ ਬਾਕੀ ਉਪਾਅ ਕਰ ਲੈਣ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਜਿਹੜਾ ਜਿੰਨੇ ਜ਼ਿਆਦਾ ਕਰ ਸਕਦਾ ਉਹ ਕਰ ਲੇ, ਜਿਹੜਾ ਸਾਰੇ ਨਹੀਂ ਕਰ ਸਕਦਾ ਤਾਂ ਵੀ ਕੋਈ ਦਿੱਕਤ ਨਹੀਂ ਹੈ। ਮੈਂ ਨੰਬਰ ਆਫ ਉਪਾਅ ਇਸ ਲਈ ਦੱਸ ਰਿਹਾ ਵਾਂ, ਅਗਰ 10 ਚੀਜ਼ਾਂ ਦੱਸ ਰਿਹਾ ਉਹਨਾਂ 'ਚੋਂ ਜੇ ਕੋਈ 2 ਵੀ ਕਰ ਸਕਦਾ, 3 ਵੀ ਕਰ ਸਕਦਾ, ਉਹ ਆਰਾਮ ਨਾ ਕਰੇ, ਕਿਉਂਕਿ ਸੀਮਿਤ ਦਾਇਰਾ ਹੈ, ਕਿਉਂਕਿ ਘਰਾਂ 'ਚ ਰਹਿਣਾ ਹੈ, ਬਾਹਰ ਜਾ ਕੇ ਕੋਈ ਉਪਾਅ ਨਹੀਂ ਕਰਨਾ, ਬਾਹਰ ਜਾਣਾ ਨਹੀਂ ਹੈ। ਸਭ ਤੋਂ ਵੱਡਾ ਉਪਾਅ, ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਸਾਰੇ ਬੜੇ ਆਰਾਮ ਨਾਲ ਕਰ ਸਕਦੇ ਆ। ਦੇਖੋ ਸ੍ਰਿਸ਼ਟੀ ਕਿੰਨੀ ਸਮਝਦਾਰ ਹੈ। ਸ੍ਰਿਸ਼ਟੀ ਨੇ ਐਕਚੁਅਲੀ ਸਾਡੇ ਜਿਹੜੇ ਕਰਮ ਨੇ, ਸਾਡੇ ਜਿਹੜੇ ਪਾਪ ਨੇ, ਜੋ ਅਸੀਂ ਧਰਤੀ ਦਾ ਹਾਲ ਕੀਤਾ, ਜੋ ਨੇਚਰ ਦਾ ਹਾਲ ਕੀਤਾ, ਇਹ ਉਸ ਚੀਜ਼ ਦਾ ਹੀ ਨਤੀਜਾ ਅਸੀਂ ਭੁਗਤ ਰਹੇ ਹਾਂ। ਔਰ ਕੁਝ ਸਾਡੀਆਂ ਪਰਸਨਲ ਮਿਸਟੇਕਸ। ਲਾਕਡਾਊਨ ਦਾ ਮਤਲਬ ਜਿੱਦਾਂ ਲੋਕਾਂ ਨੂੰ ਜੇਲ੍ਹ ਦੀ ਸਜ਼ਾ ਮਿਲਦੀ ਸੀ ਜਾਂ ਅੰਦਰ ਲੌਕਅਪ 'ਚ ਹੋਣ ਦੀ ਸਜ਼ਾ ਮਿਲਦੀ ਸੀ, ਮੈਂ ਆਪਣੇ ਮਨ 'ਚ ਮੇਰੀ ਇੱਕ ਚੀਜ਼ ਆ ਰਹੀ ਸੀ ਕਿ ਨੰਬਰ ਆਫ ਪੀਪਲਸ, ਮਤਲਬ ਕਰੋੜਾਂ ਦੀ ਜਿਹੜੀ ਪਾਪੂਲੇਸ਼ਨ ਉਹ ਤਾਂ ਸਾਡੇ ਇੰਡੀਆ ਦੀ ਹੀ ਹੈ। ਦੁਨੀਆ 'ਤੇ ਧਰਤੀ 'ਤੇ ਕਿੰਨੇ ਲੋਕਾਂ ਨੇ ਪਾਪ ਕੀਤੇ, ਨੌਨ ਵੈਜ ਜੋ ਚਾਈਨਾ ਦੇ ਵਿੱਚ ਖਾਣਾ ਪੀਣਾ, ਕਿੰਨਾ ਮਤਲਬ ਉਹਨਾਂ ਨੇ ਤਾਂ ਕਰੂਰਤਾ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਮੈਂ ਆਪਣੇ ਮਨ 'ਚ ਇੱਕ ਥਾਟ ਆ ਰਿਹਾ ਸੀ, ਜਸਟ ਐਜ਼ ਅ ਹਿਊਮਨ ਬੀਇੰਗ, ਸੋਚ ਰਿਹਾ ਸੀਗਾ ਕਿ ਇੱਕ ਐਸਾ ਥਾਟ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਜੇ ਰੱਬ ਨੇ ਮਾੜੇ ਕਰਮਾਂ ਦੀ ਸਜ਼ਾ ਸਭ ਨੂੰ ਦੇਣੀ ਸੀ ਤੇ ਇੰਨੇ ਤੇ ਜੇਲ੍ਹ ਹੀ ਨਹੀਂ ਹੈਗੇ। ਜੇ ਸਾਰਿਆਂ ਨੂੰ ਸਜ਼ਾ ਦੇ ਦੇਵੇ, ਇਕੱਲਾ ਚਾਈਨਾ ਇੰਨਾ ਨੌਨ ਵੈਜ ਖਾਂਦਾ ਹੈ, ਹਰ ਤਰ੍ਹਾਂ ਦਾ ਜਾਨਵਰ ਖਾਂਦਾ, ਅਗਰ ਉਹਨੂੰ ਵੀ ਉਸ ਕਰਮਾਂ ਦੀ ਸਜ਼ਾ ਦੇਣੀ, ਇਹਨਾਂ ਤੇ ਵੱਡਾ ਜੇਲ੍ਹ ਹੀ ਨਹੀਂ ਹੈਗਾ। ਫਿਰ ਪਰਮਾਤਮਾ ਦੇ ਮੈਨੂੰ ਲੱਗਦਾ ਮਨ 'ਚ ਆਇਆ ਕਿ ਇੱਕ ਐਸੀ ਬਿਮਾਰੀ, ਇੱਕ ਐਸੀ ਤਕਲੀਫ ਬਣਾਵਾਂਗਾ ਜਿਹਦੇ ਵਿੱਚ ਇਨਸਾਨ ਆਪਣੇ ਘਰਾਂ ਦੇ ਵਿੱਚ ਹੀ ਜੇਲ੍ਹ ਰੂਪੀ ਜ਼ਿੰਦਗੀ ਗੁਜ਼ਾਰੇਗਾ। ਔਰ ਸੱਚ ਗੱਲ ਦੋਸਤੋ, ਜੋਤਿਸ਼ ਦੇ ਵਿੱਚ ਲੌਕਅਪ ਦੇ ਵਿੱਚ ਜਾਣ ਦੇ ਜਿਹੜੇ ਯੋਗ ਹੁੰਦੇ ਨੇ ਤੁਹਾਡੇ ਸਭ ਦੇ, ਮਤਲਬ ਜਿਹੜੇ ਕੁੰਡਲੀਆਂ ਦੇ ਵਿੱਚ ਕਿਸੇ ਦੇ, ਬਟ ਜਿਹੜੇ ਕੁਝ ਬੇਸਿਕ ਅਸੀਂ ਇਸ ਧਰਤੀ ਦੇ ਨਾਲ ਅਨਿਆਏ ਕੀਤਾ, ਕੁਝ ਚੀਜ਼ਾਂ ਦੇ ਹੱਕਦਾਰ ਤੇ ਅਸੀਂ ਵੀ ਬਣ ਗਏ ਔਰ ਉਸੇ ਦੀ ਸਜ਼ਾ ਸਾਨੂੰ ਮਿਲ ਰਹੀ ਹੈ। ਔਰ ਮੈਂ ਬਾਰ-ਬਾਰ ਇੱਕ ਗੱਲ ਕਹੂੰਗਾ ਕਿ ਜੇ ਤੁਸੀਂ ਜਿੱਦਾਂ ਕੋਰਟ ਤੋਂ ਤੁਹਾਨੂੰ ਕੋਈ ਸਜ਼ਾ ਮਿਲਦੀ ਹੈ ਔਰ ਤੁਸੀਂ ਉਹਦਾ ਪਾਲਣ ਨਹੀਂ ਕਰਦੇ, ਸਮੇਂ ਤੋਂ ਪਹਿਲਾਂ ਉਸ ਲੋਕਡਾਊਨ 'ਚੋਂ ਭੱਜ ਜਾਂਦੇ ਹੋ, ਦੁਬਾਰਾ ਫੜੇ ਤੇ ਫਿਰ ਜਾਣਾ ਔਰ ਤੁਹਾਨੂੰ ਉੱਤੇ ਤੇ ਹੋਰ ਸਜ਼ਾ ਮਿਲ ਕੇ ਫਿਰ ਅੰਦਰ ਕਰ ਦਿੱਤਾ ਜਾਏਗਾ। ਸੇਮ ਵਿਦ ਯੂ, ਜੋ ਇਹ ਭੁਗਤ ਰਹੇ ਹੋ, ਇਹਨੂੰ ਇਹ ਮੰਨ ਕੇ ਚਲੋ ਕਿ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਜਿਹਦਾ ਨਤੀਜਾ ਅਸੀਂ ਲੋਕਡਾਊਨ ਦੇ ਰੂਪ 'ਚ ਔਰ ਕਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਰੂਪ 'ਚ ਭੁਗਤ ਰਹੇ ਹਾਂ। ਸ਼ੁਕਰ ਕਰੋ ਪਰਮਾਤਮਾ ਨੇ ਤੁਹਾਨੂੰ ਬਚਣ ਦਾ ਸਮੇਂ ਦਿੱਤਾ ਹੈ। ਇੰਡੀਅਨਸ ਦੀ ਇਮਿਊਨਿਟੀ ਸਟਰੋਂਗ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇੰਨਾ ਵੱਡਾ ਸਟੈਪ ਲੈ ਰਹੇ ਨੇ ਸਾਨੂੰ ਬਚਾਉਣ ਦਾ। ਇਹ ਲੋਕਡਾਊਨ ਦਾ ਪਾਲਣ, ਜਿਹੜੇ ਮੈਂ ਟਿਪਸ ਦੱਸੇ ਆ, ਉਹਨੂੰ ਤੁਸੀਂ ਅਪਣਾਓ ਕਿ ਆਪਾਂ ਲੋਕਡਾਊਨ ਦਾ ਪਾਲਣ ਪੂਰੀ ਤਰ੍ਹਾਂ ਕਰੀਏ। ਜਦੋਂ ਅਸੀਂ ਪੂਰੀ ਦਿਲ ਔਰ ਦਿਮਾਗ ਨਾਲ ਲੋਕਡਾਊਨ ਦੀ ਜਿਹੜੀਆਂ ਨੋਰਮਸ ਹੈ ਔਰ ਲੋਕਡਾਊਨ ਦਾ ਜਿਹੜਾ ਪੀਰੀਅਡ ਹੈ, ਲੋਕਡਾਊਨ ਦੇ ਜਿਹੜੇ ਨਿਯਮ ਉਹਨੂੰ ਫੋਲੋ ਕਰਾਂਗੇ ਤਾਂ ਸਾਡੀ ਸਜ਼ਾ ਇੱਕ ਤਰ੍ਹਾਂ ਪੂਰੀ ਹੋ ਜਾਏਗੀ। ਸਾਡੇ ਕਰਮਾਂ ਦੀ ਜਿਹੜੀ ਸਜ਼ਾ ਪੂਰੀ ਹੋ ਜਾਏਗੀ ਔਰ ਉਨੀ ਹੀ ਜਲਦੀ ਇਹ ਵਾਇਰਸ ਸਾਡੇ ਦੇਸ਼ 'ਚੋਂ, ਇਸ ਦੁਨੀਆ 'ਚੋਂ ਖਤਮ ਹੋ ਜਾਏਗਾ। ਸੋ ਦੋਸਤੋ, ਜਿੰਨੀ ਲਾਪਰਵਾਹੀ ਕਰੋਗੇ, ਜਿੰਨਾ ਬਚਪਨਾ ਕਰੋਗੇ, ਜਿੰਨਾ ਤੁਸੀਂ ਇਸ ਲੋਕਡਾਊਨ ਦੇ ਨਿਯਮਾਂ ਨੂੰ ਤੋੜੋਗੇ, ਕੋਈ ਜੋਤਿਸ਼ ਦੀ ਤਰੀਕ ਮੈਨੂੰ ਲੱਗਦਾ ਹੈ ਫੁੱਲ ਐਂਡ ਫਾਈਨਲ ਨਹੀਂ ਹੋ ਸਕਦੀ ਜਦੋਂ ਤੁਸੀਂ ਆਪਣੇ ਕਰਮ ਡੇ ਬਾਏ ਡੇ ਦੁਬਾਰਾ ਗਲਤ ਕਰਦੇ ਜਾਓਗੇ। ਸੋ ਅਗਰ ਤੁਸੀਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ, ਇਸ ਦੇਸ਼ ਦੀ ਭਲਾਈ ਚਾਹੁੰਦੇ ਹੋ, ਆਪਣੇ ਪਰਿਵਾਰਾਂ ਦੀ
ਭਲਾਈ ਚਾਹੁੰਦੇ ਹੋ, ਕਿਸੇ ਵੀ ਧਰਮ ਦੇ ਲੋਕ ਹੋ, ਅਸੀਂ ਇਕੱਠੇ ਹਾਂ, ਅਸੀਂ ਇੱਕ ਹਾਂ। ਆਪਾਂ ਆਪਣਾ ਆਪਣਾ ਸਾਰੇ ਦੇਸ਼ ਦੇ ਵਿੱਚ ਯੋਗਦਾਨ ਦਈਏ। ਕਰੋਨਾ ਵਰਗੀ ਬਿਮਾਰੀ ਚੋਂ ਨਿਕਲਣ ਲਈ ਅਸੀਂ ਸਾਰੇ ਪ੍ਰਯਾਸ ਕਰੀਏ, ਅਰਦਾਸ ਕਰੀਏ, ਪ੍ਰੇਅਰ ਕਰੀਏ, ਆਪਣੇ ਘਰਾਂ 'ਚ ਸੁਰੱਖਿਅਤ ਰਹੀਏ। ਅਗਰ ਕਿਸੇ ਨੇ ਮੇਰੇ ਕੋਲੋਂ ਲੋਕਡਾਊਨ ਦੇ ਵਿੱਚ ਉਹਨੂੰ ਕੁਝ ਡਿਪਰੈਸ਼ਨ ਆ ਰਿਹਾ ਹੈ, ਜਾਂ ਲੋਕਡਾਊਨ ਦੇ ਵਿੱਚ ਮੈਂ ਜਿੱਦਾਂ ਦੱਸਿਆ ਕਿ ਨਹੀਂ ਰੁਕ ਪਾ ਰਹੇ, ਕੁਝ ਹੋਰ ਟਿਪਸ ਲੈਣਾ ਚਾਹੁੰਦੇ ਨੇ, ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਦੇਣਾ, ਇਨਬਾਕਸ ਦੱਸ ਦੇਣਾ। ਮੇਰਾ ਨੰਬਰ ਹੈ 9815552299। ਤੁਸੀਂ ਉਹਦੇ 'ਤੇ WhatsApp ਕਰਕੇ ਵੀ ਪੁੱਛ ਸਕਦੇ ਹੋ, ਕਿਉਂਕਿ ਲੋਕਡਾਊਨ ਦੇ ਪੀਰੀਅਡ ਦੇ ਦੌਰਾਨ ਜਿਹੜੇ ਲੋਕ ਡਰਗ ਐਡਿਕਟ ਨੇ, ਜਿਹੜੇ ਲੋਕ ਡਰਿੰਕ ਕਰਦੇ ਨੇ, ਜਿਹੜੇ ਲੋਕ ਕਈ ਚੀਜ਼ਾਂ ਗਲਤ ਚੀਜ਼ਾਂ ਦਾ ਸੇਵਨ ਕਰਦੇ ਨੇ, ਉਹਨਾਂ ਨੂੰ ਵੀ ਕੰਟਰੋਲ ਕਰਨਾ ਜਾਂ ਉਹਨਾਂ ਲਈ ਵੀ ਲੋਕਡਾਊਨ ਦਾ ਪਾਲਨ ਕਰਨਾ ਔਖਾ ਹੋ ਜਾਂਦਾ। ਮੈਂ 100% ਅਗੇਂਸਟ ਹਾਂ ਕਿ ਉਹ ਅਗਰ ਕੋਈ ਡਰਗ, ਕੋਈ ਡਰਿੰਕ, ਸਮੋਕ ਕਰਦੇ ਨੇ, ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਮਗਰ ਇਹ ਟੌਪਿਕ ਇਸ ਵੇਲੇ ਨਹੀਂ ਕਰਨੀਆਂ ਚਾਹੀਦੀਆਂ ਜਾਂ ਕਰਨੀਆਂ ਕਰਦੇ ਨੇ, ਇਹਦੇ ਬਾਰੇ ਨਹੀਂ ਹੈ। ਆਪਾਂ ਕਿੱਦਾਂ ਕੰਟਰੋਲ ਕਰਨਾ ਉਹਨਾਂ ਨੂੰ ਇਸ ਸਮੇਂ ਦੇ ਵਿੱਚ, ਜਿਸ ਸਮੇਂ ਦੇ ਵਿੱਚ ਸਾਰਿਆਂ ਨੂੰ ਉਹ ਡੇਂਜਰ 'ਚ ਪਾ ਸਕਦੇ ਨੇ। ਸੋ ਜਿੱਦਾਂ ਮੈਂ ਤੁਹਾਨੂੰ ਛੋਟਾ ਜਿਹਾ ਦੁਬਾਰਾ ਇੱਕ ਰਿਪੀਟ ਕਰ ਦਿੰਦਾ, ਦੁੱਧ ਨਾ ਨਹਾਉਣਾ, ਕਾਲਾ, ਨੀਲਾ, ਗ੍ਰੇ ਕੱਪੜਾ ਕੋਸ਼ਿਸ਼ ਕਰੋ ਕਿ ਤੁਸੀਂ ਜੀਨ ਵਗੈਰਾ ਪਾ ਸਕਦੇ ਹੋ। ਟੀ-ਸ਼ਰਟ, ਸ਼ਰਟ ਜਿਹੜੀ ਹੈ ਉਹ ਤੁਸੀਂ ਅਵੋਇਡ ਕਰੋ। ਵਾਈਟ 'ਚ ਪਾਓ, ਕਰੀਮ 'ਚ ਪਾਓ, ਜਿੱਦਾਂ ਇਹਦੇ ਵਿੱਚ ਗ੍ਰੇ ਹੈ ਬਟ ਵਾਈਟਿਸ਼ ਹੈ, ਡਾਰਕ ਗ੍ਰੇ ਨਾ ਪਾਓ, ਡਾਰਕ ਬਲੂ ਨਾ ਪਾਓ। ਦੁੱਧ ਪਾ ਕੇ ਨਹਾਉਣਾ, ਸੂਰਜ ਨੂੰ ਪਾਣੀ ਦੇਣਾ, ਰਾਤ ਨੂੰ ਬਹੁਤ ਓਵਰ ਲੇਟ ਨਾਈਟ ਨਾ ਜਾਗਣਾ। ਜੌਂ ਜਿਹੜੇ ਹੈ ਉਹ ਲਾਲ ਕੱਪੜੇ 'ਚ ਪਾ ਕੇ, ਜਿਹੜਾ ਬੰਦਾ ਜ਼ਿਆਦਾ ਪੈਨਿਕ ਹੋ ਰਿਹਾ ਉਹਦਾ ਧਿਆਨ ਕਰਕੇ ਜ਼ਮੀਨ 'ਤੇ ਰੱਖ ਕੇ ਉਹਦੇ 'ਤੇ ਇੱਟ ਰੱਖਣਾ। ਇਸ ਤਰ੍ਹਾਂ ਦੀਆਂ ਸਾਰੀਆਂ ਸਿੰਪਲ ਚੀਜ਼ਾਂ ਕਰੋ। ਇੱਕ ਚੀਜ਼ ਤੁਸੀਂ ਹੋਰ ਕਰ ਸਕਦੇ ਹੋ ਕਿ ਸਵੇਰ ਦੇ ਸਮੇਂ ਘਰ ਦਾ ਕੋਈ ਵੀ ਸਦੱਸਿਆ ਘਰ 'ਚ ਦੁੱਧ ਦਾ ਛਿੱਟਾ, ਕੱਚੀ ਲੱਸੀ ਦਾ ਛਿੱਟਾ ਦਿਓ, ਜਿਹਦੇ ਨਾਲ ਸਭ ਨੂੰ ਪੀਸ ਆਏਗੀ। ਜਿਹੜੇ ਹੋਰ ਘਰ ਦੇ ਮੈਂਬਰ ਉਹਨਾਂ ਨੂੰ ਵੀ ਪੀਸ ਆਏਗੀ, ਉਹਨਾਂ 'ਚ ਵੀ ਸ਼ਾਂਤੀ ਆਏਗੀ, ਉਹਨਾਂ 'ਚ ਵੀ ਸਬਰ ਆਏਗਾ। ਸ਼ਾਮ ਵੇਲੇ ਜਿਨ੍ਹਾਂ ਕੋ ਅਵੇਲੇਬਲ ਹੈਗਾ, ਕੇਸਰ ਜਿਹੜਾ ਹੈਗਾ ਉਹਨੂੰ ਪਾਣੀ 'ਚ ਭਿਓ ਲੈਣਾ ਇੱਕ ਦਿਨ ਪਹਿਲਾਂ। ਨੈਕਸਟ ਡੇ ਉਹ ਥੋੜ੍ਹਾ ਪੀਲਾ ਹੋ ਜਾਏਗਾ। ਜਿਨ੍ਹਾਂ ਦਾ ਵੀ ਤੁਸੀਂ ਨਾਮ ਸਿਮਰਨ ਲੈਂਦੇ ਹੋ, ਜਿਨ੍ਹਾਂ ਦਾ ਵੀ ਤੁਸੀਂ ਧਿਆਨ ਕਰਦੇ ਹੋ, ਜਿਹੜੇ ਵੀ ਧਰਮ ਦੇ ਨਾਲ ਲਿੰਕ ਰੱਖਦੇ ਹੋ, ਉਹਨਾਂ ਦਾ ਪਾਠ ਪ੍ਰੇ ਕਰਦੇ ਹੋਏ ਉਹਦਾ ਵੀ ਤੁਸੀਂ ਛਿੜਕਾਵ ਆਪਣੇ ਘਰ 'ਚ ਕਰ ਸਕਦੇ ਹੋ। ਸੋ ਦੋਸਤੋ, ਸੇਫ ਰਹੋ, ਹੱਸਦੇ ਵਸਦੇ ਰਹੋ, ਇਹ ਮੇਰੀ ਅਰਦਾਸ ਹੈ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ ਆਲ। ਆਪਣਾ ਆਸ਼ੀਰਵਾਦ ਮੇਰੇ ਤੇ ਮੇਰੇ ਪਰਿਵਾਰ 'ਤੇ ਹਮੇਸ਼ਾ ਰੱਖਣਾ, ਕਿਉਂਕਿ ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਸਭ ਕੁਝ ਹੈ, ਤੁਹਾਡੀਆਂ ਪ੍ਰੇਅਰਸ ਔਰ ਸੀਸਾਂ ਨਾਲ ਹੀ ਸਭ ਕੁਝ ਹੈ। ਮੈਂ ਇੱਦਾਂ ਹੀ ਤੁਹਾਡੀ ਹੈਲਪ ਕਰਦਾ ਰਹਾਂ ਔਰ ਲੋਕਡਾਊਨ ਜਲਦੀ ਖੁੱਲ੍ਹੇ ਔਰ ਆਪਾਂ ਵੱਧ ਤੋਂ ਵੱਧ ਆਪਣੇ ਪ੍ਰੋਫੈਸ਼ਨ ਦੇ ਵਿੱਚ ਕੰਮ ਕਰੀਏ, ਆਪਣੇ ਪਰਿਵਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ ਰੱਖ ਸਕੀਏ। ਥੈਂਕ ਯੂ ਸੋ ਮਚ।